ਪਹਾੜਾਂ 'ਚ ਜਾ ਕੇ ਤੁਰ ਫਿਰ ਕੇ ਸਾਡੀ ਜ਼ਮੀਨਾਂ ਤੇ ਪ੍ਰੈਸ ਕਾਨਫਰੰਸ ਕੀਤਾ ਉਹਦੇ 'ਚ ਇਹਨਾਂ ਦੇ ਫੈਕਟ ਸਾਰੇ ਗਲਤ ਹੈਗੇ ਆ। ਇਹਨਾਂ ਨੇ ਮੇਰੇ ਮਾਮਾ ਜੀ ਦੀ ਜ਼ਮੀਨ ਦੱਸੀ ਹੈ 125 135 ਪਤਾ ਨਹੀਂ ਇੰਨੇ ਕਿੱਲੇ ਦੱਸੇ ਆ ਜੀ। ਉਹਨਾਂ ਕੋਲੇ ਇਹੋ ਜੀ ਕੋਈ ਰਤਬਾ ਜ਼ਮੀਨ ਨਹੀਂ ਹੈਗੀ। ਉਹਨਾਂ ਕੋਲੇ 12 13 ਕਿੱਲੇ ਜ਼ਮੀਨ ਹੈਗੀ ਆ ਤੇ ਇਹਨਾਂ ਤੇ ਮਾਨਹਾਨੀ ਦਾ ਅਸੀਂ ਕੇਸ ਵੀ ਕਰ ਰਹੇ ਹਾਂ, ਕ੍ਰਿਮੀਨਲ ਡੈਫੇਮੇਸ਼ਨ ਦਾ, ਕਿਉਂਕਿ ਇਹਨਾਂ ਨੇ ਸਿਰਫ ਇਸ ਮੌਕੇ ਤੇ ਨਹੀਂ, ਇਹ ਸ਼ੁਰੂਆਤ ਤੋਂ ਪ੍ਰਧਾਨ ਸਾਹਿਬ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸ਼ਖਸੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਭੇਡਾਂ ਹੈਗੀਆਂ, ਇਹਨਾਂ ਨੂੰ ਪਹਾੜਾਂ 'ਚ ਜਾ ਕੇ ਘਾਹ ਚਰਨ ਦਾ ਸ਼ੌਂਕ ਹੈ, ਇਸ ਕਰਕੇ ਉੱਥੇ ਜਾ ਕੇ ਘੁੰਮ ਫਿਰ ਕੇ ਆਏ ਆ ਵਾਪਸ। ਇਹਨਾਂ ਨੂੰ ਕੋਰਟਸ ਤੋਂ ਵੀ ਅਦਾਲਤ ਤੋਂ ਵੀ ਇਦਾਂ ਹੀ ਘੁੰਮ ਫਿਰ ਕੇ ਵਾਪਸ ਆਉਣਾ ਪੈਣਾ। ਇਹਨਾਂ ਨੂੰ ਆਪਾਂ ਅਦਾਲਤ 'ਚ ਲੈ ਕੇ ਜਾਵਾਂਗੇ ਕ੍ਰਿਮੀਨਲ ਡੈਫੇਮੇਸ਼ਨ ਕੇਸ ਦੇ ਨਾਲ, ਤੇ ਸਾਰਿਆਂ ਨਾਲ, ਹਰੇਕ ਅਫਸਰ ਨੂੰ ਵੀ, ਡੀਸੀ ਸਾਹਿਬ, ਏਡੀਸੀ ਸਾਹਿਬ, ਐਸਐਸਪੀ ਸਾਹਿਬ, ਪੰਚਾਇਤ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਇਹ ਸਾਰੇ ਕ੍ਰਿਮੀਨਲ ਡੈਫੇਮੇਸ਼ਨ 'ਚ ਹੁਣ ਅਦਾਲਤ 'ਚ ਪੇਸ਼ ਹੋਣਗੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਅੱਜ ਪੰਜਾਬ ਸਰਕਾਰ ਵੱਲੋਂ ਇੱਕ ਕਾਰਵਾਈ ਕੀਤੀ ਜਾਂਦੀ ਹੈ ਜਿਸ ਵਿੱਚ 2828 ਏਕੜ ਛੁਡਾਉਣ ਦੀ ਗੱਲ ਆਖੀ ਜਾਂਦੀ ਹੈ। ਵੱਡੀ ਜਿਹੜੀ ਪੱਧਰ ਦੀ ਇਹ ਕਾਰਵਾਈ ਰਹਿੰਦੀ ਹੈ ਤੇ ਇਹ ਵੀ ਕਿਹਾ ਜਾਂਦਾ ਕਿ ਕਰੋੜਾਂ ਦੀ ਜ਼ਮੀਨ ਹੈ ਜਿਸ ਦੇ ਉੱਤੇ ਰਸੂਖਦਾਰ ਪਰਿਵਾਰਾਂ ਵੱਲੋਂ ਕਬਜ਼ੇ ਕੀਤੇ ਗਏ ਸੀ ਤੇ ਉਹਨਾਂ ਦੇ ਵਿੱਚ ਇੱਕ ਨਾਂ ਸਿਮਰਨਜੀਤ ਸਿੰਘ ਮਾਨ ਜੋ ਕਿ MP ਜਿੱਤਦੇ ਨੇ ਸੰਗਰੂਰ ਤੋਂ, ਉਹਨਾਂ ਦਾ ਵੀ ਲਿਆ ਜਾਂਦਾ, ਉਹਨਾਂ ਦੇ ਪਰਿਵਾਰ ਦਾ, ਜਿੱਥੇ ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ ਹੋਰਾਂ ਦਾ ਨਾਮ ਲਿਆ ਜਾਂਦਾ, ਉਸ ਦੇ ਨਾਲ ਹੀ ਉਹਨਾਂ ਦੀ ਧੀ ਅਤੇ ਜਵਾਈ, ਉਹਨਾਂ ਦੇ ਦੋਹਤਰਿਆਂ ਦਾ ਜਿਹੜਾ ਨਾਮ ਵੀ ਵਿੱਚ ਲਿਆ ਜਾਂਦਾ। ਸੋ ਸਾਡੇ ਨਾਲ ਗੋਬਿੰਦ ਸਿੰਘ ਸੰਧੂ ਜਿਹੜੇ ਹੈਗੇ ਨੇ, ਦੋਹਤਰੇ ਨੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਬਾਰੇ ਵਿੱਚ ਕੀ ਵਿਚਾਰ ਹੈ। ਉਹਨਾਂ ਵੱਲੋਂ ਅਜਿਹੇ ਬਿਆਨ ਵੀ ਆ ਰਹੇ ਨੇ ਕਿ ਹੁਣ ਜਿਹੜਾ ਮਾਨਹਾਨੀ ਦਾ ਕੇਸ ਵੀ ਕੀਤਾ ਜਾਵੇਗਾ। ਸੋ ਸਾਡੇ ਨਾਲ ਨੇ ਗੋਬਿੰਦ ਸਿੰਘ ਸੰਧੂ ਜੀ। ਗੋਬਿੰਦ ਸਿੰਘ ਸੰਧੂ ਜੀ, ਤੁਹਾਡਾ ਪੰਜਾਬੀ ਲੋਕ ਚੈਨਲ ਤੇ ਸਵਾਗਤ ਹੈ। ਜੋ ਅੱਜ ਕਾਰਵਾਈ ਕੀਤੀ ਗਈ ਹੈ ਸਰਕਾਰ ਵੱਲੋਂ, ਉਸ ਦੇ ਵਿੱਚ ਤੁਹਾਡੇ ਪਰਿਵਾਰ ਦਾ ਖਾਸ ਤੌਰ ਤੇ ਨਾਮ ਆਉਂਦਾ ਹੈ, ਕਿਸ ਤਰ੍ਹਾਂ ਦੇਖਦੇ ਹੋ ਜੀ? ਬਿਲਕੁਲ ਆਉਂਦਾ ਹੈ ਜੀ। ਇਸ ਮੁਲਕ 'ਚ ਜੇ ਤੁਹਾਡੇ ਕੋਲੇ ਜ਼ਮੀਨ ਹੈਗੀ ਹੈ, ਜੇ ਜਾਇਦਾਦ ਹੈਗੀ ਹੈ, ਉਹਦੇ 'ਚ ਕੋਈ ਕੁਝ ਗਲਤ ਨਹੀਂ ਹੈਗਾ, ਮੈਂ ਸਮਝਦਾ। ਪਰ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਤੇ ਪੰਚਾਇਤ ਮੰਤਰੀ ਸਾਹਿਬ, ਡੀਸੀ ਸਾਹਿਬ ਤੇ ਐਸਐਸਪੀ, ਇਹ ਸਾਰੇ ਜਾ ਕੇ ਇਹਨਾਂ ਨੇ ਪਹਾੜਾਂ 'ਚ ਜਾ ਕੇ ਤੁਰ ਫਿਰ ਕੇ ਸਾਡੀ ਜ਼ਮੀਨਾਂ ਤੇ ਪ੍ਰੈਸ ਕਾਨਫਰੰਸ ਕੀਤਾ, ਉਹਦੇ 'ਚ ਇਹਨਾਂ ਦੇ ਫੈਕਟ ਸਾਰੇ ਗਲਤ ਹੈਗੇ ਆ। ਪਹਿਲੀ ਗੱਲ, ਇਸ ਜ਼ਮੀਨ ਤੇ ਇਹਨਾਂ ਨੇ ਹਾਈ ਕੋਰਟ ਦੀ ਸਟੇ ਲੱਗੀ ਹੋਈ ਹੈ। ਅੱਛਾ ਜੀ। ਤੇ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਤੇ ਕੋਈ ਕੋਐਸਿਵ ਸਟੈਪ ਸਰਕਾਰ ਨਹੀਂ ਲੈ ਸਕਦੀ ਜਦੋਂ ਤੱਕ ਉਹ ਰਿਕਾਰਡ ਨਹੀਂ ਪੇਸ਼ ਕਰਦੇ, ਕਿਉਂਕਿ ਇਹ ਪੰਚਾਇਤੀ ਜ਼ਮੀਨ ਨਹੀਂ ਹੈਗੀ। ਠੀਕ ਹੈ। ਦੂਜੀ ਚੀਜ਼, ਇਹਨਾਂ ਨੇ ਮੇਰੇ ਮਾਮਾ ਜੀ ਦੀ ਜ਼ਮੀਨ ਦੱਸੀ ਹੈ 125 135 ਪਤਾ ਨਹੀਂ ਇੰਨੇ ਕਿੱਲੇ ਦੱਸੇ ਆ ਜੀ। ਉਹਨਾਂ ਕੋਲੇ ਇਹੋ ਜੀ ਕੋਈ ਰਤਬਾ ਜ਼ਮੀਨ ਨਹੀਂ ਹੈਗੀ। ਉਹਨਾਂ ਕੋਲੇ 12 13 ਕਿੱਲੇ ਜ਼ਮੀਨ ਹੈਗੀ ਆ ਤੇ ਇਹਨਾਂ ਤੇ ਮਾਨਹਾਨੀ ਦਾ ਅਸੀਂ ਕੇਸ ਵੀ ਕਰ ਰਹੇ ਹਾਂ, ਕ੍ਰਿਮੀਨਲ ਡੈਫੇਮੇਸ਼ਨ ਦਾ, ਕਿਉਂਕਿ ਇਹਨਾਂ ਨੇ ਸਿਰਫ ਇਸ ਮੌਕੇ ਤੇ ਨਹੀਂ, ਇਹ ਸ਼ੁਰੂਆਤ ਤੋਂ ਪ੍ਰਧਾਨ ਸਾਹਿਬ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸ਼ਖਸੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਸ ਦਿਨ ਦੇ ਆਪਾਂ ਸੰਗਰੂਰ ਦੀ ਪਾਰਲੀਮੈਂਟਰੀ ਇਲੈਕਸ਼ਨ ਜਿੱਤੀ ਹੈ। ਸੋ ਇਹ ਹੁਣ ਸਬ ਜੂਡਿਸ ਹੋਊਗਾ ਮੈਟਰ ਜਦੋਂ ਇਹ ਲੋਕਾਂ ਦੇ ਅੱਗੇ ਸਾਰਾ ਕੁਝ ਆ ਜਾਊਗਾ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਘੱਟ ਜ਼ਮੀਨ ਹੈ, ਉਹਨਾਂ ਦੀ ਜਿਹੜੀ ਦੱਸੀ ਜਾ ਰਹੀ ਹੈ 125 ਏਕੜ ਦੇ ਕਰੀਬ ਜਿਹੜੀ ਜ਼ਮੀਨ ਦੱਸੀ ਜਾ ਰਹੀ, ਉਹ ਨਹੀਂ ਹੈ, ਘੱਟ ਹੈ, ਤਾਂ ਇਹ ਘੱਟ ਨਾਜਾਇਜ਼ ਹੈ ਜੀ, ਤਾਂ ਜਾਇਜ਼ ਆ? ਜੇ ਨਾਜਾਇਜ਼ ਆ ਤਾਂ ਫਿਰ ਵੀ ਉਹ ਗਲਤ ਹੈ, ਜਾਂ ਫਿਰ ਤੁਸੀਂ ਜਾਇਜ਼ ਕਹਿੰਦੇ ਹੋ? ਸਾਡੇ ਵੱਲੋਂ 101% ਜਾਇਜ਼ ਹੈ, ਸਾਡੇ ਕੋਲੇ ਕੁਝ ਨਜਾਇਜ਼ ਨਹੀਂ ਹੈਗਾ। ਠੀਕ ਹੈ ਜੀ। ਪਰ ਇਹ ਭੇਡਾਂ ਹੈਗੀਆਂ, ਇਹਨਾਂ ਨੂੰ ਪਹਾੜਾਂ 'ਚ ਜਾ ਕੇ ਘਾਹ ਚਰਨ ਦਾ ਸ਼ੌਂਕ ਹੈ, ਇਸ ਕਰਕੇ ਉੱਥੇ ਜਾ ਕੇ ਘੁੰਮ ਫਿਰ ਕੇ ਆਏ ਆ ਵਾਪਸ। ਇਹਨਾਂ ਨੂੰ ਕੋਰਟਸ ਤੋਂ ਵੀ ਅਦਾਲਤ ਤੋਂ ਵੀ ਇਦਾਂ ਹੀ ਘੁੰਮ ਫਿਰ ਕੇ ਵਾਪਸ ਆਉਣਾ ਪੈਣਾ, ਕਿਉਂਕਿ ਅਦਾਲਤ ਨੇ ਇਸ ਤੇ ਆਲਰੇਡੀ ਸਟੇ ਕੀਤੀ ਹੋਈ ਹੈ। ਪੰਚਾਇਤ ਜ਼ਮੀਨ ਸਰਦਾਰ ਸਾਹਿਬ ਉਹ ਜ਼ਮੀਨ ਹੁੰਦੀ ਹੈ ਜਿਹੜੀ ਜ਼ਮੀਨ 1950 ਤੋਂ ਬਾਅਦ ਕਦੀ ਵੀ ਗ੍ਰਾਮ ਪੰਚਾਇਤ ਦੇ ਨਾਮ ਬੋਲਦੀ ਹੋਵੇ। ਇਹ ਤੁਹਾਡੇ ਕੋਲ ਕਦੋਂ ਜ਼ਮੀਨ ਦਾ ਤੁਸੀਂ ਰਿਕਾਰਡ ਚੈੱਕ ਕਰੋ, 1950 ਤੋਂ ਲੈ ਕੇ 2022 ਤੱਕ ਜੀ ਕਦੀ ਅੱਜ ਤੱਕ ਗ੍ਰਾਮ ਪੰਚਾਇਤ ਦੇ ਨਾਮ ਬੋਲੀ ਹੈ। ਸੋ ਇਹ ਜਿੰਨਾ ਮਰਜੀ ਸਾਨੂੰ ਡਿਫੇਮ ਕਰਨ ਦੀ, ਸਾਡੀ ਕੈਰੈਕਟਰ ਅਸੈਸੀਨੇਸ਼ਨ ਕਰਨ ਦੀ, ਸਾਡਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਨ, ਇਹਦੇ ਇਹਨਾਂ ਚੀਜ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪ ਦਾ ਕੰਮ ਕਰਦੇ ਰਹਾਂਗੇ ਤੇ ਹੁਣ ਸਾਡਾ ਕੰਮ ਹੋਰ ਵੀ ਵੱਧ ਗਿਆ। ਇਹਨਾਂ ਨੂੰ ਆਪਾਂ ਅਦਾਲਤ 'ਚ ਲੈ ਕੇ ਜਾਵਾਂਗੇ ਕ੍ਰਿਮੀਨਲ ਡੈਫੇਮੇਸ਼ਨ ਕੇਸ ਦੇ ਨਾਲ, ਤੇ ਸਾਰਿਆਂ ਨਾਲ, ਹਰੇਕ ਅਫਸਰ ਨੂੰ ਵੀ, ਡੀਸੀ ਸਾਹਿਬ,
ADC ਸਾਹਿਬ, SSP ਸਾਹਿਬ, ਪੰਚਾਇਤ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਇਹ ਸਾਰੇ ਕ੍ਰਿਮੀਨਲ ਡੈਫੇਮੇਸ਼ਨ 'ਚ ਹੁਣ ਅਦਾਲਤ 'ਚ ਪੇਸ਼ ਹੋਣਗੇ ਤੇ ਫਿਰ ਅਦਾਲਤ ਫੈਸਲਾ ਕਰੂਗੀ ਕਿ ਕੌਣ ਸਹੀ ਸੀਗਾ ਕੌਣ। ਇਹ ਤੁਹਾਡੇ ਕੋਲ, ਇਹ ਤੁਹਾਡੇ ਪਰਿਵਾਰ ਦੇ ਕੋਲ ਕਦੋਂ ਤੋਂ ਰਹਿੰਦੀ ਹੈ ਜੀ ਜ਼ਮੀਨ? ਇਹ 1950 ਤੋਂ ਪਹਿਲਾਂ ਜਾਂ ਬਾਅਦ ਵਿੱਚ? ਇਹ ਜੱਦੀ ਹੈ ਤੁਹਾਡੀ ਜ਼ਮੀਨ ਕਦੋਂ ਕੀ ਹੈ? 97 ਦੀ ਜ਼ਮੀਨ ਹੈ ਜੀ। 97 ਚ ਮੇਰੇ ਨਾਨਾ ਜੀ ਦੇ ਫਾਦਰ ਸਾਹਿਬ, ਸਾਡੇ ਬਾਪੂ ਜੀ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਪ੍ਰਧਾਨ ਹੁੰਦੇ ਸੀਗੇ। ਉਸ ਵੇਲੇ ਦੀ ਇਹ ਜ਼ਮੀਨ ਹੈਗੀ ਆ ਤੇ ਇਹਦੇ ਚ ਕੋਈ ਜਿਹੜੀਆਂ ਇਹਨਾਂ ਨੇ ਧਾਰਾਵਾਂ ਲਾਈ ਹੈਗੀਆਂ ਜਾਂ ਕਹਿ ਰਹੇ ਨੇ ਅੱਜ ਜਾ ਕੇ ਉੱਥੇ ਡਰਾਮਾ ਕੀਤਾ, ਇਹ ਸਾਰਾ ਝੂਠਾ ਹੈਗਾ ਤੇ ਇਹ ਸਬ ਜੂਡਿਸ ਹੈਗਾ ਹੁਣ ਮੈਟਰ। ਇਹ 1997 ਵਿੱਚ ਖਰੀਦੀ ਜਾਂਦੀ ਹੈ ਤੁਹਾਡੇ ਵੱਲੋਂ? ਇਹ ਤਾਂ ਹੁਣ ਮੈਨੂੰ ਪਤਾ ਨਹੀਂ, ਮੈਨੂੰ ਆਪਣੇ ਪਰਿਵਾਰ ਤੋਂ ਪੁੱਛਣਾ ਪੈਣਾ ਕਿ ਇਹ ਕਦੋਂ ਕਿਵੇਂ ਖਰੀਦੀ ਸੀਗੀ ਵਗੈਰਾ। ਪਰ ਇਹ ਜ਼ਮੀਨ ਜਿਹੜੀ ਮੇਰੇ ਮਾਮਾ ਜੀ ਦਾ ਨਾਮ ਬੋਲਦੀ ਹੈਗੀ ਹੈ ਤੇ ਜਿਹੜੀ ਜ਼ਮੀਨ ਮੇਰੇ ਕੋਲੇ ਹੈਗੀ ਹੈ, ਕਈ ਕੁਛ ਜ਼ਮੀਨ 1997 ਦੀ ਹੈਗੀ ਹੈ ਤੇ ਬਾਕੀ ਸਾਰੀ ਜ਼ਮੀਨ ਜਿਵੇਂ ਦੀ ਹੈਗੀ ਹੈ ਉਦਾਂ ਦੀ ਹੈਗੀ ਹੈ। ਜਿਹੜੇ ਤੁਹਾਡੇ ਪਰਿਵਾਰ ਦੀ ਦੱਸੀ ਜਾਂਦੀ ਹੈ ਜੀ ਤਕਰੀਬਨ 28 ਕਿੱਲੇ ਦੇ ਕਰੀਬ ਜਿਹੜੀ ਦੱਸੀ ਜਾਂਦੀ ਹੈ, ਉਹ ਜਾਇਜ਼ ਆ ਗੱਲ? 28 ਕਿੱਲੇ ਹੀ ਹੈ ਤੁਹਾਡੇ ਜਾਂ ਉਹ ਤੁਹਾਡੀ? ਬਿਲਕੁਲ ਜਾਇਜ਼ ਹੈ। ਕੱਲ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ, ਸਾਰੇ ਫੈਕਟਸ ਐਂਡ ਫਿਗਰਸ ਲੈ ਕੇ ਆਵਾਂਗੇ, ਉਹਦੇ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ, ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਕੀ ਸਾਡੇ ਵੱਲੋਂ ਜਾਇਜ਼ ਹੈ। ਉਸ ਤੋਂ ਬਾਅਦ ਕਿਉਂਕਿ ਹੁਣ ਇਹਨਾਂ ਨੇ ਪੰਗਾ ਲੈ ਲਿਆ ਤੇ ਫਿਰ ਇਹ ਅਦਾਲਤ ਨੂੰ ਆਪ ਦਾ ਜਵਾਬ ਦੇਣਗੇ, ਜਿਵੇਂ ਅਸੀਂ ਆਪ ਦਾ ਜਵਾਬ ਦੇਵਾਂਗੇ ਜਾਂ ਆਪ ਦਾ ਕੁਐਸਚਨ ਪੁੱਟ ਕਰਾਂਗੇ, ਉਹਦਾ ਜਵਾਬ ਉਹ ਅਦਾਲਤ 'ਚ ਦੇਣਗੇ ਤੇ ਅਦਾਲਤ ਫਿਰ ਫੈਸਲਾ ਕਰੂਗੀ। ਪਰ ਮੈਂ ਇੱਕ ਗੱਲ ਤੁਹਾਨੂੰ ਗਾਰੰਟੀ ਨਾਲ ਕਹਿ ਸਕਦਾ, ਜਿਵੇਂ ਇਹ ਗਾਰੰਟੀ ਕਰਦੇ ਆ ਕਿ ਇਹਨਾਂ ਨੇ ਆ ਕੇ ਅੱਜ ਡਰਾਮਾ ਰਚਿਆ ਕਿ 300 ਕਰੋੜ ਰੁਪਏ ਆਪਾਂ ਪੰਜਾਬ ਦੀ ਖਜ਼ਾਨੇ, ਪੰਜਾਬ ਦੇ ਖਜ਼ਾਨੇ 'ਚ ਵਾਪਸ ਪਾ ਰਹੇ ਹਾਂ। ਠੀਕ ਹੈ, ਜਦੋਂ ਅਦਾਲਤ ਦਾ ਫੈਸਲਾ ਆਊਗਾ ਫਿਰ ਇਹ ਦੁਬਾਰਾ ਪ੍ਰੈਸ ਕਾਨਫਰੰਸ ਇਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਕਹਿਣਾ ਚਾਹੀਦਾ ਕਿ 300 ਕਰੋੜ ਰੁਪਇਆ ਸਰਕਾਰ ਦੇ ਖਜ਼ਾਨੇ ਤੋਂ ਨਿਕਲ ਗਿਆ। ਸੋ ਇਹ ਹੁਣ ਇੰਨਾ ਤੇ ਹੈਗਾ, ਇਹ ਕਰਨ ਜੋ ਮਰਜ਼ੀ ਕਰਨਾ। ਜਿਹੜੀ ਇਹ ਜ਼ਮੀਨ ਕਹਿ ਰਹੇ ਆ ਕਿ ਤੁਸੀਂ ਕਹਿ ਰਹੇ ਹੋ ਕਿ ਘੱਟ ਸੀ, ਇਹ ਕਹਿੰਦੇ ਆ ਕਿ 125 ਕਿੱਲੇ ਹੈ, ਤਾਂ ਇਹ ਤਾਂ ਨਹੀਂ ਕਿ ਨਾ ਘੱਟ ਬੋਲਦੀ? ਲੋਕ ਅਜਿਹੇ ਸਵਾਲ ਵੀ ਕਰ ਰਹੇ ਆ ਤੇ ਕਿ ਕਬਜ਼ਾ 125 ਤੇ ਤਾਂ ਨਹੀਂ ਸੀ ਕੀਤਾ ਹੋਇਆ? ਤੁਸੀਂ ਆਪ ਉੱਥੇ ਜਾ ਕੇ ਦੇਖੋ ਕਿ ਕਬਜ਼ਾ ਕਿੰਨੇ ਤੇ ਕੀਤਾ, ਕਿੰਨੇ ਤੇ ਨਹੀਂ ਕੀਤਾ। ਜਿਹੜੀ ਜ਼ਮੀਨ ਆਪਣੇ ਨਾਮ ਬੋਲਦੀ ਹੈ, ਠੀਕ ਹੈ, ਇਹ ਜ਼ਰੂਰ ਹੈ ਉੱਥੇ ਕੋਈ ਡਿਵੈਲਪਮੈਂਟ ਨਹੀਂ ਕੀਤੀ, ਉੱਥੇ ਕੋਈ ਤਾਰ ਨਹੀਂ ਲਾਈ, ਉੱਥੇ ਕੁਝ ਬੀਜਿਆ ਸੀ ਜੀ ਉੱਥੇ? ਹਾਂਜੀ, ਬੀਜਿਆ ਹੋਇਆ ਸੀ ਕੁਝ? ਵਾਣੀਯੋਗ ਜ਼ਮੀਨ ਆ? ਕੀ ਜ਼ਮੀਨ ਹੈ? ਪਤਾ ਨਹੀਂ ਜੀ ਮੈਨੂੰ। ਉੱਥੇ ਦਰਖਤ ਲਾਏ ਹੋਏ ਆ ਤੇ ਬੀਜਿਆ ਕੁਛ ਨਹੀਂ ਹੈਗਾ, ਪਹਾੜੀ ਇਲਾਕਾ ਹੈਗਾ ਤੇ ਉਹ ਇੱਥੇ ਕੋਈ ਕੰਸਟਰਕਸ਼ਨ ਨਹੀਂ ਹੈਗੀ ਆ, ਕੁਛ ਵੀ ਨਹੀਂ ਹੈਗੀ ਜਿੱਥੇ ਤੱਕ ਮੈਨੂੰ ਪਤਾ। ਤੇ ਜਦੋਂ ਇੱਕ ਪੰਚਾਇਤ ਮੰਤਰੀ ਸਾਹਿਬ ਜਦੋਂ ਇਹ ਗੱਲ ਕਰਦੇ ਆ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਨਾਂ ਲੈਂਦੇ ਆ, ਤਾਂ ਉਹ ਇਹ ਵੀ ਕਹਿੰਦੇ ਆ ਕਿ ਜਿਹੜੇ ਧਰਮ ਦੇ ਬਾਰੇ ਵਿੱਚ ਗੱਲ ਕਰਦੇ ਆ, ਤਾਂ ਉਹ ਲੋਕ ਫਿਰ ਇਸ ਤੋਂ ਬਾਅਦ ਕਮੈਂਟਾਂ ਦੇ ਵਿੱਚ ਹੁਣ ਇਹ ਚੀਜ਼ਾਂ ਚੱਲ ਰਹੀਆਂ ਕਿ ਧਰਮ ਨੂੰ ਕਿਉਂ, ਫਿਰ ਧਰਮ ਵੀ ਤੁਹਾਡੇ ਕਰਕੇ ਬਦਨਾਮ ਹੋ ਰਿਹਾ। ਜਿਹੀਆਂ ਗੱਲਾਂ ਤੁਹਾਡੇ ਪਰਿਵਾਰ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਵੱਲੋਂ ਕਹੀਆਂ ਜਾ ਰਹੀਆਂ ਕਿ ਧਰਮ ਦੀਆਂ ਗੱਲਾਂ ਕਰਦੇ ਸੀ ਤੇ ਅੱਜ ਇਹ ਹੋ ਰਿਹਾ, ਤੁਹਾਡੇ ਬਾਰੇ ਵੀ ਜਿਹੜੀਆਂ ਹੈਗੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ। ਸੋ ਉਹ ਟਿੱਪਣੀਆਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਅਸੀਂ ਤਾਂ ਅੱਗੇ ਵੀ ਧਰਮ ਦੀ ਗੱਲ ਕਰਾਂਗੇ, ਸਾਡੀ ਪਾਰਟੀ ਦੀ ਸੋਚ ਗੁਰਬਾਣੀ ਨਾਲ ਜੁੜੀ ਹੋਈ ਹੈ, ਠੀਕ ਹੈ, ਤੇ ਅਸੀਂ ਧਰਮ ਦੀ ਗੱਲ ਕਰਾਂਗੇ। ਇਹ ਥੋੜੀ ਨਾ ਰੋਕ ਸਕਦੇ ਸਾਨੂੰ ਧਰਮ ਦੀ ਗੱਲ ਕਰਨ ਤੇ ਨਾ ਕਰਨ ਤੇ। ਇਹਨਾਂ ਨੇ ਤਾਂ ਡਰਾਮਾ ਰਚਨਾ, ਉਹ ਗਏ ਆ ਉੱਥੇ ਪਹਾੜਾਂ 'ਚ ਘੁੰਮ ਫਿਰ ਕੇ ਆਏ ਆ, ਉਹਨਾਂ ਨੇ ਕੁਛ ਤਾਂ ਕਹਿਣਾ ਹੀ ਹੈ ਨਾ। ਜਦੋਂ ਮੁੱਖ ਮੰਤਰੀ ਖਾਸ ਗਿਆ ਹੈ, ਠੀਕ ਹੈ, ਉੱਥੇ ਜਾ ਕੇ ਰੇਡ ਕਰਨ ਨੂੰ ਜਾਂ ਜੋ ਮਰਜ਼ੀ ਕਰਨ ਨੂੰ, ਫਿਰ ਇਹਨਾਂ ਨੇ ਕੁਛ ਤਾਂ ਕਹਿਣਾ ਹੀ ਹੈ ਕਿ ਇਹ ਧਰਮ ਦੀ ਗੱਲ ਕਰਦੇ ਆ ਤੇ ਆਹ ਦੇਖੋ ਇਹਨਾਂ ਕੋਲੇ ਜ਼ਮੀਨ ਇੰਨੀ ਹੈਗੀ ਹੈ, ਇਹ ਹੈਗਾ। ਗੋਬਿੰਦ ਸਿੰਘ ਜੀ, ਜਿਹੜੀ ਤੁਸੀਂ ਜ਼ਮੀਨ ਤੁਸੀਂ ਆਪਣੀ ਦਾ ਦਾਅਵਾ ਕਰ ਰਹੇ ਹੋ ਕਿ ਕੋਰਟ ਵਿੱਚ ਕੇਸ ਹੈ, ਤੁਹਾਡੀ ਆਪਣੀ ਜ਼ਮੀਨ ਹੈ, ਪਰ ਬਹੁਤ ਸਾਰੀਆਂ ਜ਼ਮੀਨਾਂ ਸਰਕਾਰ ਵੱਲੋਂ ਪਹਿਲਾਂ ਵੀ ਛਡਾਈਆਂ ਗਈਆਂ, ਪਰ ਜੇ ਨਜਾਇਜ਼ ਕਬਜ਼ੇ ਜ਼ਮੀਨਾਂ ਦੇ ਉੱਤੇ ਹੁੰਦੇ ਆ ਪੰਚਾਇਤੀ ਜ਼ਮੀਨਾਂ ਤੇ, ਤਾਂ ਤੁਸੀਂ ਉਹਨਾਂ ਨੂੰ ਸਹੀ ਠਹਿਰਾਉਂਦੇ ਹੋ ਜਾਂ ਗਲਤ ਠਹਿਰਾਉਂਦੇ ਹੋ? ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਇਸ ਦੇ ਵਿਰੋਧ ਪੰਚਾਇਤੀ ਜ਼ਮੀਨ ਤੇ ਕਿਸੇ ਦਾ ਵੀ ਨਜਾਇਜ਼ ਕਬਜ਼ਾ ਹੈਗਾ ਤੇ ਉਹ ਬਿਲਕੁਲ ਗਲਤ ਹੈ, ਕਿਉਂਕਿ ਪੰਚਾਇਤੀ ਜ਼ਮੀਨ ਤੇ, ਠੀਕ ਹੈ, ਹੁਣ ਸਾਰੀ ਰਜਿਸਟਰੀਆਂ ਆਨਲਾਈਨ ਹੁੰਦੀਆਂ, ਉਹਦੇ 'ਚ ਪਤਾ ਲੱਗ ਜਾਂਦਾ ਕਿ ਕਿਹੜੀ ਪੰਚਾਇਤੀ ਹੈਗੀ ਹੈ, ਕਿਹੜੀ ਪੰਚਾਇਤੀ ਨਹੀਂ ਹੈਗੀ। ਇਸੇ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦਾ ਜਿਹੜਾ ਰਿਕਾਰਡ ਹੈਗਾ, ਇਹ 1950 ਤੋਂ ਲੈ ਕੇ 2022 ਤੱਕ ਅਸੀਂ ਜਿਹੜਾ ਰਿਕਾਰਡ ਹੁਣ ਕੋਰਟ ਨੂੰ ਪੇਸ਼ ਕਰ ਰਹੇ ਹਾਂ। ਫਿਰ ਕੋਰਟਸ ਨੇ, ਅਦਾਲਤ ਨੇ ਫੈਸਲਾ ਕਰਨਾ ਹੈ ਕਿ ਇਹ ਪੰਚਾਇਤੀ ਜ਼ਮੀਨ ਹੈਗੀ ਹੈ ਕਿ ਪ੍ਰਾਈਵੇਟ ਲੈਂਡ ਓਨਰਸ ਦੀ ਜ਼ਮੀਨ ਹੈਗੀ। ਇਸ ਕਾਰਵਾਈ ਬਾਰੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਕਾਰਵਾਈ ਇਸ ਤਰ੍ਹਾਂ ਹੋਵੇਗੀ ਜਾਂ ਕੋਈ ਤੁਹਾਨੂੰ ਕੋਈ ਖਬਰ ਸੀ ਇਸ ਬਾਰੇ? ਨਾ, ਮੈਨੂੰ ਕੋਈ ਖਬਰ ਨਹੀਂ ਸੀਗੀ ਜੀ, ਮੈਂ ਤਾਂ ਸੰਗਰੂਰ 'ਚ ਹੈਗਾ ਹੁਣੇ
ਤੇ ਮੈਨੂੰ ਕੋਈ ਇਹੋ ਜਿਹੀ ਖਬਰ ਨਹੀਂ ਸੀ। ਅਜਿਹੀ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅਚਾਨਕ ਅਜਿਹੀ ਕਾਰਵਾਈ ਹੁੰਦੀ ਹੈ ਤੇ ਖਾਸ ਤੌਰ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਨਾਂ ਉਹ ਜਿਹੜਾ ਹੈਗਾ ਲਿਆ ਜਾਂਦਾ? ਇਹ ਸਿਆਸੀ ਵੰਡੇਟਾ। ਹੂੰ। ਦੂਜੀ ਚੀਜ਼ ਇਹ ਕੈਰੈਕਟਰ ਅਸੈਸੀਨੇਸ਼ਨ। ਜਦੋਂ ਸਿਮਰਨਜੀਤ ਸਿੰਘ ਮਾਨ ਦੇ ਨਾਮ ਉੱਥੇ ਜ਼ਮੀਨ ਨਹੀਂ ਬੋਲਦੇ, ਠੀਕ ਹੈ, ਤੇ ਉਹਨਾਂ ਦੇ ਪਰਿਵਾਰ ਦੇ ਨਾਮ ਉੱਥੇ ਜ਼ਮੀਨ ਹੈਗੀ ਹੈ। ਹੁਣ ਹਰ ਕੋਈ ਕਿੰਨੇ ਸਾਰੇ ਪਰਿਵਾਰ ਨੇ ਪੰਜਾਬ ਦੇ ਜਿਨ੍ਹਾਂ ਕੋਲੇ ਜ਼ਮੀਨਾਂ ਹੈਗੀਆਂ, ਕਈਆਂ ਕੋਲੇ ਬਠਿੰਡੇ 'ਚ ਹੈਗੀਆਂ, ਕਈਆਂ ਕੋਲੇ ਕਿਸੇ ਜ਼ਿਲ੍ਹੇ 'ਚ ਹੈਗੀਆਂ, ਠੀਕ ਹੈ, ਪਰ ਉਹਨਾਂ ਦੇ ਪਰਿਵਾਰਾਂ ਕੋਲੇ ਵੀ ਜ਼ਮੀਨਾਂ ਹੈਗੀਆਂ। ਜਾਣਬੁੱਝ ਕੇ ਜੇ ਸਿਮਰਨਜੀਤ ਸਿੰਘ ਮਾਨ ਦਾ ਨਾਮ ਲੈ ਕੇ ਧਰਮ ਦੀ ਗੱਲ ਕਰਕੇ ਫਿਰ ਜਾ ਕੇ ਪਰਿਵਾਰ ਦੀ ਜ਼ਮੀਨ ਜਾ ਕੇ ਦੱਸਣਗੇ ਕਿ ਇੱਥੇ ਇੰਨੀ ਜ਼ਮੀਨ ਹੈਗੀ ਆ, ਫਿਰ ਕੈਰੈਕਟਰ ਅਸੈਸੀਨੇਸ਼ਨ ਹੀ ਤਾਂ ਹੁੰਦਾ, ਹੋਰ ਕੀ ਹੁੰਦਾ। ਤੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈਗੀ ਜ਼ਮੀਨ ਸੀਗੀ ਫਿਰ ਤਾਂ ਜਾਇਜ਼ ਹੈ, ਤੁਸੀਂ ਲਓ ਉਹਨਾਂ ਦਾ ਨਾਮ। ਜਦੋਂ ਉਹਨਾਂ ਦੇ ਨਾਮ ਹੈਗੀ ਨਹੀਂ ਉੱਥੇ ਜ਼ਮੀਨ, ਕਿਸ ਤਰ੍ਹਾਂ ਦੀ ਕਾਰਵਾਈ ਹੁਣ ਕਰਨ ਜਾ ਰਹੇ ਹੋ? ਅਸੀਂ ਇਮੀਡੀਏਟਲੀ ਕਰਾਂਗੇ ਕਾਰਵਾਈ। ਤਿਆਰੀ ਕੀਤੀ ਗਈ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਦੀ? ਕੋਈ ਤਿਆਰੀ ਹੈਗੀ ਜੀ। ਜ਼ਮੀਨ ਤੁਹਾਡੇ ਕੋਲੇ ਹੁੰਦੀ ਹੈ, ਉਹਦਾ ਰਿਕਾਰਡ ਹੁੰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਜਦੋਂ ਤੁਹਾਡੇ ਕੋਲੇ ਅਸਲਾ ਹੁੰਦਾ, ਤੁਹਾਨੂੰ ਉਹਦਾ ਲਾਇਸੈਂਸ ਵੀ ਰੱਖਣਾ ਜ਼ਰੂਰੀ ਹੁੰਦਾ। ਜਦੋਂ ਤੁਹਾਡੇ ਕੋਲੇ ਜ਼ਮੀਨ ਹੁੰਦੀ ਹੈ, ਤੁਹਾਡੇ ਕੋਲੇ ਉਹਦਾ ਰਿਕਾਰਡ ਹੋਣਾ ਜ਼ਰੂਰੀ ਹੈ ਕਿ ਇਹ ਪੰਚਾਇਤੀ ਜ਼ਮੀਨ ਹੈ, ਇਹ ਸਹੀ ਜ਼ਮੀਨ ਹੈ, ਗਲਤ ਜ਼ਮੀਨ ਹੈ, ਇਹ ਕਿਹੋ ਜਿਹੀ ਜ਼ਮੀਨ ਹੈ, ਉਹ ਸਾਰਾ ਰਿਕਾਰਡ ਹੈਗਾ। ਤੇ ਉਹ ਸਾਰਾ ਰਿਕਾਰਡ ਅਸੀਂ ਹੁਣ ਅਦਾਲਤ ਨੂੰ ਪੇਸ਼ ਕਰਾਂਗੇ ਤੇ ਅਦਾਲਤ ਅੱਗੇ ਫੈਸਲਾ ਕਰੂਗਾ। ਜੀ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਤੁਹਾਡਾ ਧੰਨਵਾਦ। ਸੋ ਇਹ ਸੀ ਗੋਬਿੰਦ ਸਿੰਘ ਸੰਧੂ ਜੀ, ਜਿਹੜੇ ਕਿ ਦੋਤਰੇ ਨੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ। ਸੋ ਅੱਜ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਵੀ ਨਾਂ ਆਉਂਦਾ ਹੈ ਤੇ 2828 ਏਕੜ ਕਬਜ਼ਾ ਛਡਾਉਣ ਦੀ ਗੱਲ ਹੁੰਦੀ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ। ਹੋਰ ਵੀ ਬਹੁਤ ਸਾਰੇ ਸੰਕੇਤ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਪੁੱਤਰ ਜਿੱਥੇ ਇਮਾਨ ਸਿੰਘ ਮਾਨ ਹੋਰਾਂ ਦਾ ਨਾਂ ਆਉਂਦਾ, ਉੱਥੇ ਹੀ ਦੋਤਰੇ ਜਾਂ ਧੀ ਜਵਾਈ ਦਾ ਵੀ ਨਾਂ ਖਾਸ ਤੌਰ ਤੇ ਲਿਆ ਜਾਂਦਾ। ਪਰ ਹੁਣ ਇਹਨਾਂ ਦਾ ਕਹਿਣਾ ਹੈ ਕਿ 175 ਏਕੜ ਦਾ ਜਿਹੜੀ ਗੱਲ ਕੀਤੀ ਜਾਂਦੀ ਹੈ, ਜੇ ਵੱਧ ਜ਼ਮੀਨ ਦੀ ਗੱਲ ਕੀਤੀ ਜਾਂਦੀ ਹੈ, ਉਨੀ ਜ਼ਮੀਨ ਸਾਡੀ ਨਹੀਂ ਆ, ਪਰ ਸਾਡੀ ਘੱਟ ਜ਼ਮੀਨ ਆ ਤੇ ਉਹ ਸਾਡੀ ਆਪਣੀ ਜ਼ਮੀਨ ਆ, ਜਿਸ ਦਾ ਕਿ ਕੋਰਟ ਦੇ ਵਿੱਚ ਕੇਸ ਚੱਲਦਾ। ਪਰ ਸਰਕਾਰ ਨੇ ਐਡਾ ਵੱਡਾ ਐਕਸ਼ਨ ਲਿਆ ਤੇ ਹੁਣ ਸਰਕਾਰ ਦੇ ਐਕਸ਼ਨ ਤੋਂ ਬਾਅਦ ਜਦੋਂ ਇਹ ਪੱਖ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਪਰਿਵਾਰ ਦਾ ਆਉਂਦਾ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਜ਼ਮੀਨ ਦਾ ਕੀ ਬਣਦਾ, ਕੀ ਨਿਕਲ ਕੇ ਸਾਹਮਣੇ ਆਉਂਦਾ, ਜੇਕਰ ਕੋਰਟ ਦੇ ਵਿੱਚ ਕੇਸ ਹੈ ਤਾਂ ਉਸ ਦਾ ਫੈਸਲਾ ਕੀ ਹੁੰਦਾ। ਇਹਨਾਂ ਦੇ ਕਹਿਣ ਮੁਤਾਬਕ ਕਿ ਫਿਰ ਜਦੋਂ ਕੋਰਟ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਕਰੇਗੀ ਤਾਂ ਸਰਕਾਰ ਨੂੰ ਫਿਰ ਇਹ ਵੀ ਨੋਟੀਫਿਕੇਸ਼ਨ ਜਾਰੀ ਕਰਨਾ ਪਵੇਗਾ ਕਿ 350 ਕਰੋੜ ਜਿਹੜਾ ਅੱਜ ਖਜ਼ਾਨੇ ਵਿੱਚ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇਹ ਵੀ ਕਹਿਣਾ ਪਏਗਾ ਕਿ ਖਜ਼ਾਨੇ ਦੇ ਵਿੱਚੋਂ ਹੁਣ ਨਿਕਲ ਗਿਆ। ਸੋ ਇੱਕ ਵੱਡਾ ਮਾਣਹਾਨੀ ਦੀ ਜਿਹੜੀ ਗੱਲ ਹੈ, ਕੇਸ ਪਾਉਣ ਦੀ ਵੀ ਗੱਲ ਕੀਤੀ ਗਈ ਹੈ। ਪਹਿਲਾਂ ਵੀ ਇੱਕ ਅਜਿਹਾ ਹੀ ਕੇਸ ਸਰਕਾਰ ਦੇ ਉੱਤੇ, ਪੰਜਾਬ ਸਰਕਾਰ ਦੇ ਉੱਤੇ ਪਾਇਆ ਗਿਆ ਸੀ ਜਦੋਂ ਲਾਲ ਸਿੰਘ ਜਿਹੜੇ ਹੈਗੇ ਨੇ ਭਾਜਪਾ ਆਗੂ ਨੇ ਜਾਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਨੇ, ਉਹਨਾਂ ਦੇ ਬਾਰੇ ਵਿੱਚ ਵੀ ਲਾਲਪੁਰਾ ਸਾਹਿਬ ਜਿਹੜੇ ਹੈਗੇ ਨੇ, ਉਹਨਾਂ ਦੇ ਬਾਰੇ ਵਿੱਚ ਵੀ ਇੱਕ ਅਜਿਹੀ ਗੱਲ ਆਖੀ ਗਈ ਸੀ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਵੀ ਕੇਸ ਪਾਇਆ ਗਿਆ ਸੀ। ਸੋ ਹੁਣ ਜਿਹੜਾ ਦੂਜਾ ਕੇਸ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਉੱਤੇ ਪਾਉਣ ਦੀ ਤਿਆਰੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਸੋ ਹੁਣ ਇਸ ਪੂਰੀ ਗੱਲਬਾਤ ਤੋਂ ਬਾਅਦ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ, ਇਹ ਦੇਖਣ ਵਾਲੀ ਗੱਲ ਰਹੇਗੀ।